ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚਿਓ, ਅੱਜ ਆਪਾਂ ਜਿਹੜੀਆਂ ਆਈਟਮਸ ਪੜ੍ਹਨ ਜਾ ਰਹੇ ਹਾਂ, ਇੰਪੋਰਟੈਂਟ ਆਈਟਮਸ, ਇਹਨਾਂ ਦਾ ਪੂਰੇ ਚੈਪਟਰ ਵਿੱਚ ਬਹੁਤ ਜ਼ਿਆਦਾ ਯੂਜ਼ਫੁਲ ਨੇ। ਤੁਸੀਂ ਇਹ ਮੰਨ ਕੇ ਚੱਲੋ ਵੀ ਇਸ ਤੋਂ ਅੱਗੇ ਹੁਣ ਤੱਕ ਜਿਹੜੇ ਸਮ ਜਿਹੜੇ ਨੇ ਉਹ ਸ਼ੁਰੂ ਹੋਣ ਜਾ ਰਹੇ ਨੇ, ਅਤੇ ਇਹ ਜਿੰਨੀਆਂ ਵੀ ਆਈਟਮਸ ਆਪਾਂ ਪੜ੍ਹਾਂਗੇ ਇਹਨਾਂ ਦਾ ਬਾਰ-ਬਾਰ ਯੂਜ਼ ਜਿਹੜਾ ਉਹ ਹੋਣਾ, ਅਤੇ ਬੜੇ ਇੰਪੋਰਟੈਂਟ ਆਈਟਮਸ ਨੇ। ਬੜੇ ਧਿਆਨ ਦੇ ਨਾਲ ਇਹਨਾਂ ਨੂੰ ਸਮਝਣਾ। ਦੇਖੋ ਪੁੱਤ, ਸਭ ਤੋਂ ਪਹਿਲੋਂ ਆਈਟਮ ਹੈਗੀ ਆ ਲੈਗੇਸੀ। ਲੈਗੇਸੀ ਦਾ ਮਤਲਬ ਹੁੰਦਾ ਵਾ ਕਿ ਜਿਹੜਾ ਕੋਈ ਬੰਦਾ ਮਰਨ ਤੋਂ ਪਹਿਲਾਂ ਆਪਣੀ ਵਿਲ, ਆਪਣੀ ਵਸੀਅਤ ਕਿਸੇ ਟਰਸਟ ਦੇ ਨਾਮ ਤੇ ਕਰ ਜਾਂਦਾ ਵਾ, ਕਿਸੇ ਨੂੰ ਕੋਈ ਆਪਣੀ ਮੰਨ ਲਓ ਡੋਨੇਟ ਕਰ ਜਾਂਦਾ ਵਾ, ਉਹਨੂੰ ਆਪਾਂ ਕਹਿੰਦੇ ਆ ਲੈਗੇਸੀ। ਲੈਗੇਸੀ ਜਿਹੜੀ ਆ ਰਿਸਿਪਟ ਐਂਡ ਪੇਮੈਂਟ ਅਕਾਊਂਟ, ਰਿਸਿਪਟ ਐਂਡ ਪੇਮੈਂਟ ਅਕਾਊਂਟ ਆਪਾਂ ਪੜ੍ਹਿਆ ਸੀ, ਜਿਹਨੂੰ ਕਿ ਆਪਾਂ ਕੈਸ਼ ਬੁੱਕ ਦੀ ਤਰ੍ਹਾਂ ਲੈ ਕੇ ਚੱਲਦੇ ਹਾਂ, ਰੀਅਲ ਅਕਾਊਂਟ ਲੈ ਕੇ ਚੱਲਦੇ ਹਾਂ, ਕਿ ਜੋ ਵੀ ਆਪਾਂ ਰਿਸੀਵ ਕਰਾਂਗੇ ਉਹ ਡੈਬਿਟ ਸਾਈਡ 'ਤੇ, ਜੋ ਵੀ ਆਪਾਂ ਪੇ ਕਰਾਂਗੇ ਉਹ ਕ੍ਰੈਡਿਟ ਸਾਈਡ 'ਤੇ। ਕਹਿੰਦਾ ਪਿਆ ਵਾ ਕਿ ਇਹ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੀ ਰਿਸਿਪਟ ਸਾਈਡ ਦੇ ਉੱਤੇ ਜਾਂ ਡੈਬਿਟ ਸਾਈਡ ਦੇ ਉੱਤੇ ਆਊਗਾ, ਕਿਉਂਕਿ ਕੋਈ ਬੰਦਾ ਦੇ ਕੇ ਗਿਆ ਅਤੇ ਨੋਨ ਟ੍ਰੇਡਿੰਗ ਨੇ ਇਹਨੂੰ ਰਿਸੀਵ ਜਿਹੜਾ ਉਹ ਕੀਤਾ। ਮਗਰ ਕਹਿੰਦਾ ਪਿਆ ਵਾ ਕਿ ਪੁੱਤ ਇਹ ਨੋਨ ਰੈਕਨਿੰਗ ਆ। ਨੋਨ ਰੈਕਨਿੰਗ ਦਾ ਮਤਲਬ ਹੁੰਦਾ ਇਹ ਚੀਜ਼ ਸਿਰਫ ਇੱਕ ਵਾਰੀ ਹੋਣੀ। ਹੁਣ ਬੰਦਾ ਇੱਕ ਵਾਰੀ ਮਰਦਾ ਹੈ, ਇੱਕ ਵਾਰੀ ਆਪਣੀ ਵਿਲ ਬਣਾ ਕੇ ਚੱਲ ਜਾਏਗਾ, ਬਾਰ-ਬਾਰ ਤਾਂ ਨਹੀਂ ਉਸ ਚੀਜ਼ ਨੂੰ ਚੇਂਜ ਕਰ ਸਕਦੇ। ਇਸ ਕਰਕੇ ਨੋਨ ਰੈਕਰਿੰਗ ਨੇਚਰ ਆ, ਅਤੇ ਉਹਨੂੰ ਆਪਾਂ ਇਨਕਮ ਨਹੀਂ ਲੈ ਸਕਦੇ। ਇਨਕਮ ਦਾ ਮਤਲਬ ਹੁੰਦਾ ਜਿਹੜਾ ਰੈਗੂਲਰ ਸਾਡੇ ਕੋਲ ਆਉਂਦੀ ਰਹੇ। ਇਨਕਮ ਦਾ ਮਤਲਬ ਹੁੰਦਾ ਜਿਹੜੀ ਬਾਰ-ਬਾਰ ਉਹ ਜਿਹੜੀ ਅਪੇਅਰ ਉਹ ਹੁੰਦੀ ਰਹੇ, ਉਹਨੂੰ ਆਪਾਂ ਕਹਿੰਦੇ ਆ ਇਨਕਮ। ਕਹਿੰਦਾ ਪਿਆ ਇਹਨੂੰ ਆਪਾਂ ਇਸੇ ਕਰਕੇ ਕੀ ਲੈ ਕੇ ਚੱਲਦੇ ਹਾਂ, ਕੈਪੀਟਲ ਰਿਸਿਪਟ ਮੰਨ ਕੇ ਚੱਲਦੇ ਹਾਂ, ਅਤੇ ਇਹਨੂੰ ਆਪਾਂ ਲੈ ਕੇ ਚੱਲਦੇ ਹਾਂ ਆਪਣੀ ਕੈਪੀਟਲ ਫੰਡ ਦਾ ਹੀ ਪਾਰਟ, ਕਿਉਂਕਿ ਇਹ ਇੱਕ ਤਰ੍ਹਾਂ ਦੀ ਕੈਪੀਟਲ ਨੇਚਰ ਦੀ ਚੀਜ਼ ਆ ਜੋ ਕਿ ਬਾਰ-ਬਾਰ ਨਹੀਂ ਮਿਲਦੀ, ਇੱਕੋ ਵਾਰੀ ਮਿਲਣੀ ਹੈ। ਇਸ ਕਰਕੇ ਆਪਾਂ ਇਹਨਾਂ ਨੂੰ ਬੈਲੈਂਸ ਸ਼ੀਟ ਦੇ ਵਿੱਚ ਲੈ ਕੇ ਚੱਲਦੇ ਹਾਂ, ਕੈਪੀਟਲ ਰਿਸੀਵਟ ਮੰਨ ਕੇ ਚੱਲਦੇ ਹਾਂ। ਉਸ ਤੋਂ ਬਾਅਦ ਸਭ ਤੋਂ ਮੇਨ ਜਿਹੜੀ ਚੀਜ਼ ਆ ਉਹ ਹੈਗੀ ਆ ਸਬਸਕ੍ਰਿਪਸ਼ਨ। ਸਬਸਕ੍ਰਿਪਸ਼ਨ ਜਿਹੜੀ ਆ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਦੀ ਸਭ ਤੋਂ ਇੰਪੋਰਟੈਂਟ ਚੀਜ਼ ਆ। ਮੈਂ ਤੁਹਾਨੂੰ ਅੱਗੇ ਕਿਹਾ ਸੀ, ਜੇਕਰ ਤੁਹਾਨੂੰ ਸਬਸਕ੍ਰਿਪਸ਼ਨ ਕੱਢਣੀ ਆ ਜਾਂਦੀ ਆ ਤਾਂ ਤੁਸੀਂ ਇਹ ਮੰਨ ਲਓ ਕਿ 50% ਸਵਾਲ ਜਿਹੜਾ ਨਾ ਤੁਹਾਡਾ ਉਹ ਸੋਲਵ ਜਿਹੜਾ ਉਹ ਹੋ ਜਾਏਗਾ, ਕਿਉਂਕਿ ਜਿਹੜੇ ਵੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਜ਼ਿਆਦਾਤਰ ਉਹ ਸਾਰੀ ਸਬਸਕ੍ਰਿਪਸ਼ਨ ਦੇ ਵਿੱਚ ਹੀ ਪ੍ਰੋਬਲਮ ਜਿਹੜੀ ਆ ਉਹ ਆਉਂਦੀ ਹੈ। ਕਹਿੰਦਾ ਸਬਸਕ੍ਰਿਪਸ਼ਨ ਜਿਹੜੀ ਉਹ ਰੈਕਰਿੰਗ ਨੇਚਰ ਦੀ। ਰੈਕਰਿੰਗ ਦਾ ਮਤਲਬ ਹੁੰਦਾ ਹਰ ਸਾਲ ਤੁਹਾਨੂੰ ਜਿਹੜੀ ਆ ਕਿਤੋਂ ਨਾ ਕਿਤੋਂ ਜਿਹੜਾ ਪੈਸਾ ਉਹ ਮਿਲਣਾ ਹੀ ਮਿਲਣਾ ਵਾ। ਦ ਮੈਂਬਰ ਆਫ ਦ ਐਸੋਸੀਏਸ਼ਨ ਐਜ਼ ਪਰ ਰੂਲਸ ਆਰ ਜਨਰਲੀ ਰਿਕੁਆਇਰਡ ਟੂ ਮੇਕ ਐਨੂਅਲ ਸਬਸਕ੍ਰਿਪਸ਼ਨ ਟੂ ਅਨੇਬਲ ਇਟ ਟੂ ਸਰਵ ਦ ਪਰਪਸ ਫॉर ਵਿਚ ਇਟ ਵਾਜ਼ ਕ੍ਰੀਏਟਡ। ਕਹਿੰਦਾ ਪਿਆ ਜਿਹੜੇ ਪਰਪਸ ਵਾਸਤੇ ਆਪਾਂ ਕੋਈ ਆਰਗੇਨਾਈਜੇਸ਼ਨ ਬਣਾਈ ਆ, ਉਸ ਆਰਗੇਨਾਈਜੇਸ਼ਨ ਦੇ ਪਰਪਸ ਨੂੰ ਪੂਰਾ ਕਰਨ ਵਾਸਤੇ ਜਿਹੜੇ ਉਹਦੇ ਮੈਂਬਰਸ ਨੇ ਉਹਨਾਂ ਨੂੰ ਰੈਗੂਲਰਲੀ ਕੁਝ ਨਾ ਕੁਝ ਪੇਮੈਂਟ ਜਿਹੜੀ ਆ ਉਹ ਕਰਨੀ ਪੈਂਦੀ ਆ, ਉਹਨੂੰ ਆਪਾਂ ਕੀ ਕਹਿੰਦੇ ਆ, ਸਬਸਕ੍ਰਿਪਸ਼ਨ। ਕਹਿੰਦਾ ਸਬਸਕ੍ਰਿਪਸ਼ਨ ਰਿਸੀਵ ਡਿਊਰਿੰਗ ਦਾ ਈਅਰ ਅਪੇਅਰ ਔਨ ਦਾ ਡੈਬਿਟ ਸਾਈਡ ਔਰ ਰਿਸਿਪਟ ਐਂਡ ਪੇਮੈਂਟ ਅਕਾਊਂਟ। ਹੁਣ ਇਨਕਮ ਰਿਸੀਵ ਕੀਤੀ, ਪੈਸਾ ਰਿਸੀਵ ਕੀਤਾ, ਅਤੇ ਫਿਰ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੀ ਡੈਬਿਟ ਸਾਈਡ 'ਤੇ ਆਊਗਾ, ਅਤੇ ਇਨਕਮ ਐਂਡ ਐਕਸਪੈਂਡੀਚਰ ਦੀ ਕਿਹੜੀ ਸਾਈਡ 'ਤੇ ਆਊਗਾ, ਇਨਕਮ ਸਾਈਡ ਜਾਂ ਕ੍ਰੈਡਿਟ ਸਾਈਡ ਦੇ ਉੱਤੇ ਜਿਹੜਾ ਉਹ ਆਏਗਾ। ਕਹਿੰਦਾ ਬਈ ਸਬਸਕ੍ਰਿਪਸ਼ਨ ਇੰਪੋਰਟੈਂਟ ਚੀਜ਼ ਆ। ਜੇ ਤੁਹਾਨੂੰ ਅੱਗੇ ਜਾ ਕੇ ਇਹਦੇ ਉੱਤੇ ਸਵਾਲ ਆਣੇ ਨੇ ਉਹਨੂੰ ਆਪਾਂ ਸੋਲਵ ਕਰਨੇ ਸਿੱਖਾਂਗੇ। ਬਹੁਤ ਇੰਪੋਰਟੈਂਟ ਆ, ਬਹੁਤ ਈਜ਼ੀ ਵੀ ਆ। ਸਿਰਫ ਉਹਦੇ 'ਚ ਕੁਝ ਕੰਡੀਸ਼ਨਸ ਨੇ, ਜੇ ਉਹ ਬੱਚੇ ਨੂੰ ਸਮਝ ਲੱਗ ਗਈਆਂ ਇਹਦਾ ਮਤਲਬ ਸਬਸਕ੍ਰਿਪਸ਼ਨ ਨੂੰ ਜਿਹੜੀ ਈਜ਼ੀਲੀ ਉਹ ਕੱਢ ਲਏਗਾ। ਕਈ ਵਾਰੀ ਸਬਸਕ੍ਰਿਪਸ਼ਨ ਜਿਹੜੀ ਉਹਨੂੰ ਆਪਾਂ ਲਾਇਬਿਲਿਟੀ ਵੀ ਲੈ ਕੇ ਚੱਲਦੇ। ਹੁਣ ਆਪਾਂ ਪੜ੍ਹਿਆ ਕਿ ਰੈਕਰਿੰਗ ਨੇਚਰ ਦੀ ਤਾਂ ਇਨਕਮ ਐਂਡ ਐਕਸਪੈਂਡੀਚਰ ਚਾਹੁੰਦੀ ਇਨਕਮ ਮੰਨ ਕੇ, ਕਈ ਵਾਰੀ ਲਾਇਬਿਲਿਟੀ ਵੀ ਲੈ ਕੇ ਚੱਲਦੇ ਆ। ਇਸ ਕਰਕੇ ਲਾਇਬਿਲਿਟੀ ਲੈ ਕੇ ਚੱਲਦੇ ਆ ਕਿਉਂਕਿ ਕਈ ਵਾਰੀ ਸਬਸਕ੍ਰਿਪਸ਼ਨ ਜਿਹੜੀ ਕਿਸੇ ਸਪੈਸੀਫਿਕ ਪਰਪਸ ਵਾਸਤੇ ਦੇ ਦਿੱਤੀ ਜਾਂਦੀ ਆ, ਜਿਹੜੀ ਚੀਜ਼ ਸਪੈਸੀਫਿਕ ਹੋ ਗਈ ਉਹ ਲਾਇਬਿਲਿਟੀ ਬਣ ਜਾਏਗੀ, ਉਹ ਕੈਪੀਟਲ ਨੇਚਰ ਦੀ ਬਣ ਜਾਏਗੀ, ਕਿਉਂਕਿ ਉਹ ਕਿਸੇ ਸਪੈਸੀਫਿਕ ਪਰਪਸ ਵਾਸਤੇ ਹੀ ਯੂਜ਼ ਕਰ ਸਕਦੇ, ਜਰਨਲ ਪਰਪਸ ਵਾਸਤੇ ਯੂਜ਼ ਆਪਾਂ ਨਹੀਂ ਕਰ ਸਕਦੇ। ਉਸ ਤੋਂ ਬਾਅਦ ਪੁੱਤ ਇਹਨੂੰ ਆਪਾਂ ਅੱਗੇ ਜਾ ਕੇ ਫਿਰ ਪੜ੍ਹਨਾ ਹੀ ਆ ਬੜੇ ਤਰੀਕੇ ਦੇ ਨਾਲ। ਅੱਗੇ ਆ ਗਿਆ ਡੋਨੇਸ਼ਨ। ਡੋਨੇਸ਼ਨ ਦਾ ਮਤਲਬ ਕੀ ਹੁੰਦਾ ਵਾ ਕਿ ਜਿਹੜੀ ਅਮਾਊਂਟ ਕੋਈ ਵੀ ਰਿਸੀਵ ਕਰਦਾ ਵਾ, ਕੋਈ ਇੰਡੀਵਿਜੂਅਲ ਆ, ਕੋਈ ਫਰਮ ਆ, ਕੰਪਨੀ ਆ, ਗਿਫਟ ਦੀ ਤੌਰ 'ਤੇ, ਉਹਨੂੰ ਆਪਾਂ ਕਹਿੰਦੇ ਆ ਡੋਨੇਸ਼ਨ। ਇਹ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੀ ਡੈਬਿਟ ਸਾਈਡ 'ਤੇ ਆਉਂਦਾ, ਰਿਸਿਪਟ ਸਾਈਡ 'ਤੇ, ਕਿਉਂ ਕਿਸੇ ਕੋਲੋਂ ਰਿਸੀਵ ਕੀਤਾ। ਅਤੇ ਡੋਨੇਸ਼ਨ ਜਿਹੜੀ ਉਹਨੂੰ ਆਪਾਂ ਦੋ ਤਰੀਕੇ ਨਾਲ ਕਲਾਸੀਫਾਈ ਕਰਦੇ ਹਾਂ। ਇੱਕ ਹੁੰਦੀ ਹੈ ਜਰਨਲ ਡੋਨੇਸ਼ਨ, ਇੱਕ ਹੁੰਦੀ ਸਪੈਸੀਫਿਕ ਡੋਨੇਸ਼ਨ। ਸਪੈਸੀਫਿਕ ਦਾ ਮਤਲਬ ਹੁਣੇ ਤੁਹਾਨੂੰ ਦੱਸਿਆ, ਜਿਹੜੀ ਚੀਜ਼ ਦੇ ਨਾਲ ਵਰਡ ਸਪੈਸੀਫਿਕ ਲੱਗ ਗਿਆ ਉਹ ਤੁਹਾਡੀ ਕੈਪੀਟਲ ਨੇਚਰ ਦੀ ਬਣ ਗਈ, ਉਹਨੇ ਲਾਇਬਿਲਿਟੀ ਸਾਈਡ ਦੇ ਉੱਤੇ ਹੀ ਆਉਣਾ। ਜੇਕਰ ਕਿਸੇ ਬੰਦੇ ਨੇ ਕੋਈ ਡੋਨੇਸ਼ਨ ਦਿੱਤੀ ਕੰਸਟਰਕਸ਼ਨ ਵਾਸਤੇ ਤਾਂ ਕੰਸਟਰਕਸ਼ਨ ਵਾਸਤੇ ਹੀ ਯੂਜ਼ ਆਪਾਂ ਕਰ ਸਕਦੇ ਹਾਂ। ਜੇ ਕਿਸੇ ਨੇ ਪਵੇਲੀਅਨ ਵਾਸਤੇ ਦਿੱਤੀ ਹੈ ਤਾਂ ਪਵੇਲੀਅਨ ਵਾਸਤੇ ਯੂਜ਼ ਕਰ ਸਕਦੇ ਹਾਂ। ਜੇ ਕਿਸੇ ਨੇ ਪ੍ਰੋਪਰ ਸਪੋਰਟਸ ਵਾਸਤੇ ਦਿੱਤੀ ਸਪੋਰਟਸ ਵਾਸਤੇ ਹੀ ਯੂਜ਼ ਕਰ ਸਕਦੇ ਹਾਂ। ਇਸ ਕਰਕੇ ਉਹ ਲਾਇਬਿਲਿਟੀ ਸਾਈਡ ਦੇ ਉੱਤੇ ਜਿਹੜਾ ਉਹ ਆਏਗੀ। ਇੱਕ ਹੁੰਦੀ ਜਨਰਲ ਡੋਨੇਸ਼ਨ। ਜਨਰਲ ਡੋਨੇਸ਼ਨ ਦਾ ਮਤਲਬ ਹੈਗਾ ਵੀ ਕੋਈ ਵੀ ਜਿਹੜੀ ਡੋਨੇਸ਼ਨ ਦਿੱਤੀ ਜਾ ਰਹੀ ਆ
ਉਹਨੂੰ ਕੋਈ ਸਪੈਸੀਫਿਕ ਪਰਪਸ ਵਾਸਤੇ ਨਹੀਂ ਦਿੱਤਾ ਗਿਆ, ਉਹਨੂੰ ਫਰਦਰ ਜਿੱਥੇ ਮਰਜ਼ੀ ਜਿਹੜਾ ਯੂਜ਼ ਉਹ ਕਰ ਸਕਦੇ ਆ, ਉਹਦੇ ਵਿੱਚ ਕੋਈ ਵੀ ਕੰਡੀਸ਼ਨ ਜਿਹੜੀ ਆ ਉਹ ਨਹੀਂ ਆ। ਇਹ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੀ ਡੈਬਿਟ ਸਾਈਡ ਤੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੀ ਕ੍ਰੈਡਿਟ ਸਾਈਡ ਦੇ ਉੱਤੇ ਆਏਗੀ, ਕਿਉਂਕਿ ਜਿਹੜੀ ਜਰਨਲ ਹੈਗੀ ਆ ਉਹਨੂੰ ਆਪਾਂ ਰੈਵਨਿਊ ਮੰਨ ਸਕਦੇ ਆ, ਤੇ ਰੈਵਨਿਊ ਮੰਨਦੇ ਹੋਏ ਉਹਨੂੰ ਆਪਾਂ ਫਿਰ ਇਨਕਮ ਐਂਡ ਐਕਸਪੈਂਡੀਚਰ ਦੀ ਕ੍ਰੈਡਿਟ ਸਾਈਡ ਦੇ ਉੱਤੇ ਲੈ ਕੇ ਚੱਲ ਸਕਦੇ ਆ। ਹੁਣ ਪੁੱਤ ਕਈ ਵਾਰੀ ਕੀ ਹੁੰਦਾ ਵਾ ਕਿ ਪੇਪਰ ਦੇ ਵਿੱਚ ਤੁਹਾਨੂੰ ਡੋਨੇਸ਼ਨ ਉਹਨੇ ਦੇਤੀ ਆ, ਨਾ ਦੱਸਿਆ ਵਾ ਜਰਨਲ ਆ ਤੇ ਨਾ ਦੱਸਿਆ ਵਾ ਸਪੈਸੀਫਿਕ ਆ, ਤੇ ਫਿਰ ਉਸ ਕੇਸ ਦੇ ਵਿੱਚ ਤੁਸੀਂ ਕੀ ਕਰਨਾ ਵਾ, ਤੁਸੀਂ ਧਿਆਨ ਰੱਖਣਾ ਵਾ ਸਭ ਤੋਂ ਵੱਡੀ ਚੀਜ਼ ਤੁਹਾਡੀ ਜਿਹੜੀ ਤੁਸੀਂ ਮੰਨ ਕੇ ਚੱਲਣੀ ਨਾ, ਉਹ ਤੁਸੀਂ ਸਬਸਕ੍ਰਿਪਸ਼ਨ ਮੰਨ ਕੇ ਚੱਲਣੀ ਹੈ। ਐਨੂਅਲ ਜਿਹੜੀ ਤੁਹਾਡੀ ਸਬਸਕ੍ਰਿਪਸ਼ਨ ਜਿਹੜੀ ਤੁਹਾਨੂੰ ਹਰ ਵਾਰੀ ਰਿਸੀਵ ਹੁੰਦੀ, ਤੁਸੀਂ ਉਹਨੂੰ ਸਭ ਤੋਂ ਵੱਡੀ ਇਨਕਮ ਮੰਨ ਕੇ ਚੱਲਣਾ। ਬਾਕੀ ਜਿੰਨੀਆਂ ਵੀ ਇਨਕਮਸ ਹੋਣਗੀਆਂ ਉਹਨਾਂ ਉਹ ਤੋਂ ਜ਼ਿਆਦਾ ਆਪਾਂ ਨੂੰ ਲੈ ਕੇ ਨਹੀਂ ਚੱਲਦੇ। ਇਹ ਜੇਕਰ ਸਬਸਕ੍ਰਿਪਸ਼ਨ ਜੇ ਮੰਨ ਲਓ ਤੁਹਾਡੇ ਕੋਲ ਜ਼ਿਆਦਾ ਵਾ ਤੇ ਤੁਹਾਨੂੰ ਪੇਪਰ ਦੇ ਵਿੱਚ ਕੁਝ ਨਹੀਂ ਕਿਹਾ, ਮੰਨ ਲਓ ਕਿ ਜੇ ਤੁਹਾਨੂੰ ਉਹਨੇ ਕਹਿ ਤਾ ਕਿ ਤੁਹਾਡੇ ਕੋਲ ਜਿਹੜੀ ਸਬਸਕ੍ਰਿਪਸ਼ਨ ਹੈਗੀ ਆ ਉਹ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਡੈਬਿਟ ਸਾਈਡ ਕ੍ਰੈਡਿਟ ਸਾਈਡ ਇਹ ਹੈਗੀ ਰਿਸਿਪਟ ਤੇ ਇਹ ਹੈਗੀ ਆ ਪੇਮੈਂਟ। ਜੇ ਮੰਨ ਲਓ ਹੁਣ ਜਿੰਨੀਆਂ ਵੀ ਚੀਜ਼ਾਂ ਸਾਰੀਆਂ ਇੱਧਰ ਹੀ ਆ ਰਹੀਆਂ, ਮੰਨ ਲਓ ਇੱਧਰਲੇ ਬੰਨੇ ਤੁਹਾਡੇ ਕੋਲ ਸਬਸਕ੍ਰਿਪਸ਼ਨ ਜਿਹੜੀ ਦਿੱਤੀ ਆ ਮੰਨ ਲਓ ਦਿੱਤੀ 1 ਲੱਖ, ਠੀਕ ਆ ਜੀ, ਨਾਲ ਇੱਥੇ ਤੁਹਾਨੂੰ ਦੇਤੀ ਡੋਨੇਸ਼ਨ। ਹੁਣ ਡੋਨੇਸ਼ਨ ਦੱਸੀ ਨਹੀਂ ਕਿੰਨੀ ਆ, ਉਹਨੇ ਦੱਸਤੀ 50,000। ਹੁਣ ਇਹ ਨਹੀਂ ਦੱਸਿਆ ਗਿਆ ਕਿ ਇਹ ਜਰਨਲ ਆ ਜਾਂ ਸਪੈਸੀਫਿਕ ਹੈ। ਜਦੋਂ ਤਾਂ ਇਹੋ ਜਿਹਾ ਕੋਈ ਕੇਸ ਆ ਜਾਏ ਜਿਹਦੇ 'ਚ ਨਾ ਤੁਹਾਨੂੰ ਜਰਨਲ ਦਾ ਪਤਾ ਹੋਵੇ ਨਾ ਤੁਹਾਨੂੰ ਸਪੈਸੀਫਿਕ ਦਾ ਪਤਾ ਹੋਵੇ, ਤਾਂ ਤੁਸੀਂ ਕੰਪੇਅਰ ਹਮੇਸ਼ਾ ਕਿਹਨੂੰ ਕਰਨਾ ਵਾ, ਸਬਸਕ੍ਰਿਪਸ਼ਨ ਨੂੰ ਡੋਨੇਸ਼ਨ ਨਾਲ। ਮੰਨ ਲਓ ਜੇਕਰ 50,000 ਤੇ 1 ਲੱਖ ਆ, ਹੁਣ ਇਹਦੇ ਵਿੱਚ ਬਰਾਬਰ ਜਿਹਾ ਮਤਲਬ ਹਾਫ ਦਾ ਫਰਕ ਬਣਦਾ ਪਿਆ। ਤੁਸੀਂ ਇਹਨੂੰ ਕੈਪੀਟਲ ਵੀ ਮੰਨ ਸਕਦੇ ਹੋ ਤੇ ਰੈਵਨਿਊ ਵੀ ਮੰਨ ਸਕਦੇ ਹੋ। ਜੇ ਕੈਪੀਟਲ ਮੰਨਦੇ ਹੋ ਤਾਂ ਬੈਲੈਂਸ ਸ਼ੀਟ 'ਚ ਆ ਜਾਏਗੀ ਲਾਇਬਿਲਿਟੀ ਸਾਈਡ ਤੇ, ਜੇਕਰ ਰੈਵਨਿਊ ਮੰਨਦੇ ਹੋ ਤਾਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਕ੍ਰੈਡਿਟ ਸਾਈਡ ਦੇ ਉੱਤੇ ਆ ਜਾਏਗੀ। ਮੰਨ ਲਓ ਤੁਹਾਡੇ ਕੋਲ ਜਿਹੜੀ ਡੋਨੇਸ਼ਨ ਹੈਗੀ ਆ ਉਹ ਹੁਣ ਤੁਹਾਡੇ ਕੋਲ ਹੈਗੀ 30 ਤੇ ਤੁਹਾਡੇ ਕੋਲ ਸਬਸਕ੍ਰਿਪਸ਼ਨ ਹੈਗੀ 1 ਲੱਖ, ਫਿਰ ਤੁਸੀਂ ਇਹਨੂੰ ਰੈਵਨਿਊ ਮੰਨੋ ਤੇ ਇਨਕਮ ਐਂਡ ਐਕਸਪੈਂਡੀਚਰ ਦੀ ਕ੍ਰੈਡਿਟ ਸਾਈਡ ਤੇ ਪਾ ਦਿਓ। ਜੇ ਤੁਹਾਡੇ ਕੋਲ ਡੋਨੇਸ਼ਨ ਹੈਗੀ 60 ਤੇ ਫਿਰ ਤੁਸੀਂ ਇਹਨੂੰ ਕੈਪੀਟਲ ਮੰਨੋ, ਕਿਉਂਕਿ ਇਹ ਜੋ ਸਬਸਕ੍ਰਿਪਸ਼ਨ ਦੇ ਲਾਗੇ ਆ ਇੱਕ ਵੱਡੀ ਅਮਾਊਂਟ ਆ, ਤੇ ਇਹਨੂੰ ਆਪਾਂ ਫਿਰ ਕੀ ਮੰਨ ਕੇ ਚੱਲਾਂਗੇ, ਕੈਪੀਟਲ ਮੰਨ ਕੇ ਚੱਲਾਂਗੇ। ਹੁਣ ਫਿਰ ਮੈਂ ਦੱਸਣ ਲੱਗਾ, ਤੁਸੀਂ ਹਮੇਸ਼ਾ ਜੇਕਰ ਕੁਝ ਨਾ ਦੱਸਿਆ ਗਿਆ ਹੋਵੇ ਪੇਪਰ 'ਚ ਤਾਂ ਡੋਨੇਸ਼ਨ ਜਿਹੜੀ ਉਹਨੂੰ ਸਬਸਕ੍ਰਿਪਸ਼ਨ ਦੇ ਨਾਲ ਕੰਪੇਅਰ ਕਰਕੇ ਵੇਖਣਾ। ਜੇਕਰ ਹਾਫ ਨਾਲੋਂ ਜ਼ਿਆਦਾ ਵਾ ਤਾਂ ਕੈਪੀਟਲ ਮੰਨ ਲਓ, ਹਾਫ ਨਾਲੋਂ ਘੱਟ ਆ ਤੇ ਤੁਸੀਂ ਉਹਨੂੰ ਰੈਵਨਿਊ ਮੰਨ ਲਓ। ਤੇ ਇੱਕ ਚੀਜ਼ ਦਾ ਯਾਦ ਰੱਖਣਾ ਵਾ, ਥੱਲੇ ਤੁਸੀਂ ਨੋਟ ਜ਼ਰੂਰ ਦੇਣਾ ਵਾ ਕਿ ਸ਼ੁੱਡ ਬੀ ਟ੍ਰੀਟਡ ਐਜ਼ ਅ ਰੈਵਨਿਊ ਨੇਚਰ, ਸ਼ੁੱਡ ਬੀ ਟ੍ਰੀਟਡ ਐਜ਼ ਅ ਕੈਪੀਟਲ ਨੇਚਰ, ਤੁਸੀਂ ਇਹ ਦੱਸਣਾ ਵਾ। ਕਈ ਵਾਰੀ ਪੇਪਰ 'ਚ ਬਹੁਤ ਦੱਸਿਆ ਹੁੰਦਾ ਵਾ ਕਿ ਸਭ ਤੁਹਾਡੇ ਕੋਲ ਡੋਨੇਸ਼ਨ ਜਿਹੜੀ ਆ ਉਹ ਹੈਗੀ ਆ 50,000, ਉਹਨੇ ਕਹਿ ਦੇਣਾ ਵਾ ਕਿ 40% ਇਹਨੂੰ ਰੈਵਨਿਊ ਮੰਨ ਲਓ ਤੇ 60% ਇਹਨੂੰ ਜਿਹੜੀ ਆ ਉਹ ਕੈਪੀਟਲ ਮੰਨ ਲਓ। ਹੁਣ ਜਦੋਂ ਇਸ ਤਰ੍ਹਾਂ ਦਾ ਕੁਝ ਦੱਸਿਆ ਹੋਵੇ ਤਾਂ 40% ਹਿਸਾਬ ਨਾਲ 20,000 ਰੁਪਇਆ ਇਨਕਮ ਐਂਡ ਐਕਸਪੈਂਡੀਚਰ 'ਚ ਆ ਜਾਏਗਾ ਤੇ 30,000 ਰੁਪਇਆ ਤੁਹਾਡਾ ਲਾਇਬਿਲਿਟੀ ਸਾਈਡ ਦੇ ਉੱਤੇ ਜਿਹੜਾ ਉਹ ਆ ਜਾਏਗਾ। ਇਸ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ ਵਾ। ਜਿੰਨੀਆਂ ਵੀ ਚੀਜ਼ਾਂ ਮੈਂ ਦੱਸਾਂਗਾ ਸਾਰੀਆਂ ਚੀਜ਼ਾਂ ਨੂੰ ਜੇ ਕੰਪੇਅਰ ਕਰਨਾ ਪਵੇ ਤਾਂ ਸਬਸਕ੍ਰਿਪਸ਼ਨ ਦੇ ਨਾਲ ਹੀ ਕੰਪੇਅਰ ਜਿਹੜਾ ਉਹ ਕੀਤਾ ਜਾ ਸਕਦਾ। ਮੰਨ ਤੁਸੀਂ ਇਹਨੂੰ ਰੈਵਨਿਊ ਵੀ ਸਕਦੇ ਹੋ, ਮੰਨ ਤੁਸੀਂ ਇਹਨੂੰ ਕੈਪੀਟਲ ਵੀ ਸਕਦੇ ਹੋ, ਗਲਤ ਨਹੀਂ ਹੋਏਗਾ ਸਵਾਲ ਪੁੱਤ। ਜੇਕਰ ਤੁਸੀਂ ਇਹਨੂੰ ਕੈਪੀਟਲ ਮੰਨਦੇ ਹੋ ਤਾਂ ਰੈਵਨਿਊ ਨਹੀਂ ਮੰਨਦੇ, ਜਿਸ ਤਰ੍ਹਾਂ ਮੈਨੂੰ ਕਿਹਾ ਵੀ ਆਪਾਂ ਕੈਪੀਟਲ ਹੀ ਮੰਨ ਸਕਦੇ ਰੈਵਨਿਊ। ਜੇ ਤੁਸੀਂ ਕੈਪੀਟਲ ਮੰਨਦੇ ਹੋ ਤਾਂ ਤੁਸੀਂ ਲਿਖ ਦੇਣਾ ਵਾ ਵੀ ਡੋਨੇਸ਼ਨ ਸ਼ੁੱਡ ਬੀ ਟ੍ਰੀਟਡ ਐਜ਼ ਅ ਰੈਵਨਿਊ ਆਈਟਮ, ਜੇ ਕੈਪੀਟਲ ਹੈ ਤਾਂ ਸ਼ੁੱਡ ਬੀ ਟ੍ਰੀਟਡ ਐਜ਼ ਅ ਕੈਪੀਟਲ ਆਈਟਮ। ਤੁਸੀਂ ਉਹਨੂੰ ਲਿਖਣਾ ਵਾ, ਨੋਟ ਜ਼ਰੂਰ ਦੇਣਾ ਥੱਲੇ, ਠੀਕ ਹੈ। ਜਦੋਂ ਤੁਸੀਂ ਨੋਟ ਦੇ ਦਿੰਦੇ ਹੋ ਤੇ ਜਿਹੜਾ ਐਗਜ਼ਾਮੀਨਰ ਹੈ ਉਹਨੂੰ ਈਜ਼ੀਲੀ ਪਤਾ ਲੱਗ ਜਾਏਗਾ ਵੀ ਬੱਚਾ ਕਹਿਣਾ ਕੀ ਚਾਹ ਰਿਹਾ, ਗਲਤ ਨਹੀਂ ਹੋਏਗਾ। ਕਿਉਂਕਿ ਜੇ ਤੁਸੀਂ ਮੰਨ ਲਓ ਕਿ ਇਹਨੂੰ ਤੁਸੀਂ ਰੈਵਨਿਊ ਮੰਨਦੇ ਹੋ ਤੇ ਤੁਹਾਡਾ ਇਨਕਮ ਐਂਡ ਐਕਸਪੈਂਡੀਚਰ ਜਿਹੜਾ ਵਾ ਉਹਦੀ ਸਾਈਡ ਇਨਕਰੀਜ਼ ਹੋ ਜਾਏਗੀ। ਮੰਨ ਲਓ ਇੱਥੇ ਰੈਵਨਿਊ ਮੰਨ ਲਈ ਆਪਾਂ, ਸਾਈਡ ਇਨਕਰੀਜ਼ ਹੋ ਗਈ, ਸਰਪਲਸ ਵੱਧ ਗਿਆ। ਜੇ ਸਰਪਲਸ ਵੱਧ ਗਿਆ ਤੇ ਬੈਲੈਂਸ ਸ਼ੀਟ ਜਦੋਂ ਆਪਾਂ ਬਣਾਵਾਂਗੇ ਤੇ ਕੈਪੀਟਲ ਫੰਡ ਵਿੱਚ ਸਰਪਲਸ ਜਿਹੜਾ ਵਾ ਉਹਨੂੰ ਆਪਾਂ ਐਡ ਕਰ ਦੇਣਾ, ਠੀਕ ਹੋ ਗਿਆ। ਬੈਲੈਂਸ ਸ਼ੀਟ ਮਿਲਾ ਦੇ। ਮੰਨ ਲਓ ਜੇ ਤੁਸੀਂ ਇਹਨੂੰ ਰੈਵਨਿਊ ਨਹੀਂ ਮੰਨਦੇ ਤੇ ਤੁਸੀਂ ਇਹਨੂੰ ਕੈਪੀਟਲ ਮੰਨ ਲੈਂਦੇ ਹੋ। ਜੇ ਕੈਪੀਟਲ ਮੰਨ ਲੈਂਦੇ ਹੋ ਰੈਵਨਿਊ ਨਹੀਂ ਮੰਨਦੇ ਤਾਂ ਸਰਪਲਸ ਘਟ ਜਾਏਗਾ, ਕਿਉਂਕਿ ਇਹਦੇ 'ਚ ਐਡ ਨਹੀਂ ਹੋਈ, ਇਸ ਸਾਈਡ ਦੇ ਉੱਤੇ ਐਡ ਚੀਜ਼ ਨਹੀਂ ਹੋਈ, ਸਰਪਲਸ ਘਟ ਗਿਆ। ਜੇ ਸਰਪਲਸ ਘਟ ਗਿਆ ਤਾਂ ਘੱਟ ਵਾਲਾ ਐਡ ਹੋਏਗਾ ਤੇ ਤੁਸੀਂ ਇੱਧਰਲੇ ਬੰਨੇ ਅਲੱਗ ਲਿਖ ਦੋਗੇ ਡੋਨੇਸ਼ਨ, ਤੇ ਫਰਕ ਕੋਈ ਨਹੀਂ ਪਿਆ। ਮੰਨ ਲਓ ਜੇ 10,000 ਰੁਪਇਆ ਰੈਵਨਿਊ ਮੰਨੀ ਤੇ 10,000 ਸਰਪਲਸ ਵੱਧ ਗਿਆ
तो 10,000 ਨਾਲ ਸਰਪਲਸ ਇੱਥੇ ਆ ਗਿਆ। ਮੰਨ ਲਓ ਜੇਕਰ ਤੁਸੀਂ ਇਹਨੂੰ ਰੈਵਨਿਊ ਨਹੀਂ ਮੰਨਦੇ, 10,000 ਨਾਲ ਇੱਥੇ ਰੈਵਨਿਊ ਨਹੀਂ ਮੰਨੀ, ਸਰਪਲਸ 10,000 ਨਾਲ ਘਟ ਗਿਆ, ਇੱਥੇ 10,000 ਨਾਲ ਸਰਪਲਸ ਘਟ ਗਿਆ, 10,000 ਅਲੱਗ ਵਿਖਾਤਾ, ਸਾਈਡ ਫਿਰ ਵੀ ਉਨੀ ਰਹਿਣੀ, ਫਰਕ ਕੋਈ ਨਹੀਂ ਪੈਣਾ। ਇਸੇ ਕਰਕੇ ਹਮੇਸ਼ਾ ਪੁੱਤ ਨੋਟ ਜਿਹੜਾ ਨਾ ਉਹ ਜ਼ਰੂਰ ਥੱਲੇ ਦੇਣਾ ਤੁਸੀਂ। ਜੇ ਨੋਟ ਨਾ ਤੁਸੀਂ ਦਿਓਗੇ ਤਾਂ ਫਿਰ ਇੱਕ ਐਗਜ਼ਾਮੀਨਰ ਨੂੰ ਜਿਹੜਾ ਵਾ ਉਹ ਕਲੀਅਰ ਨਹੀਂ ਹੋਏਗਾ ਵੀ ਤੁਸੀਂ ਇਹਨੂੰ ਕੀ ਮੰਨਿਆ। ਇਸ ਕਰਕੇ ਇਹਨੂੰ ਨੋਟ ਜ਼ਰੂਰ ਥੱਲੇ ਜਿਹੜਾ ਤੁਸੀਂ ਦੇਣਾ। ਅੱਗੇ ਪੁੱਤ ਅੱਗੇ ਤੁਹਾਡੇ ਕੋਲ ਹੈਗੀ ਐਂਟਰੈਂਸ ਫੀਸ। ਹੁਣ ਐਂਟਰੈਂਸ ਫੀਸ ਜਿਹੜੀ ਆ ਇਹਦੀ ਟਰੀਟਮੈਂਟ ਅਲੱਗ-ਅਲੱਗ ਬੁੱਕਸ ਵਾਲੇ ਅਲੱਗ-ਅਲੱਗ ਜਿਹੜੇ ਤੁਹਾਡੇ ਮੰਨ ਲਓ ਤੁਸੀਂ ਅਕਾਊਂਟੈਂਟ ਨੇ ਉਹ ਅਲੱਗ-ਅਲੱਗ ਤਰੀਕੇ ਨਾਲ ਨੂੰ ਲੈ ਕੇ ਜਿਹੜਾ ਉਹ ਚੱਲਦੇ ਆ। ਵੈਸੇ ਐਂਟਰੈਂਸ ਫੀਸ ਨੂੰ ਆਪਾਂ ਐਡਮਿਸ਼ਨ ਫੀਸ ਕਹਿੰਦੇ ਆ। ਐਡਮਿਸ਼ਨ ਫੀਸ ਜਿਹੜਾ ਵਾ ਉਹ ਚਾਰਜ ਕਰਦਾ ਵਾ ਕਲੱਬ ਜਾਂ ਸੁਸਾਇਟੀ ਜਾਂ ਕੋਈ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਫਰੋਮ ਨਿਊ ਮੈਂਬਰਸ ਅਪਾਰਟ ਦਾ ਅਮਾਊਂਟ ਆਫ ਐਨੂਅਲ ਸਬਸਕ੍ਰਿਪਸ਼ਨ, ਕਿ ਜਿੰਨੀ ਤੁਸੀਂ ਐਨੂਅਲ ਸਬਸਕ੍ਰਿਪਸ਼ਨ ਦੇਣੀ ਆ ਉਸ ਤੋਂ ਇਲਾਵਾ। ਹੁਣ ਜਿਸ ਤਰ੍ਹਾਂ ਆਪਾਂ ਸਕੂਲ 'ਚ ਐਡਮਿਸ਼ਨ ਲੈਂਦੇ ਆ ਤੇ ਐਡਮਿਸ਼ਨ ਲੈਣੀ ਹੈ ਤਾਂ ਉਹਦੇ ਵਿੱਚ ਇੱਕ ਸਕੂਲ ਦੇ ਐਨੂਅਲ ਚਾਰजेस ਤੇ ਤੁਹਾਡੇ ਕੋਲ ਲੈਂਦੇ ਆ ਤੇ ਨਾਲ ਨਾਲ ਤੁਹਾਡੇ ਕੋਲ ਐਡਮਿਸ਼ਨ ਫੀਸ ਵੀ ਜਿਹੜੀ ਆ ਉਹ ਲਈ ਜਾਂਦੀ ਆ ਜਿਹੜੇ ਮੰਨ ਲਓ ਤੁਸੀਂ। ਤੇ ਜੇਕਰ ਕੋਈ ਨਵਾਂ ਬੱਚਾ ਕੋਈ ਆਂਦਾ ਤੇ ਜੇਕਰ ਆਪਾਂ ਮੰਨ ਲਓ ਕਿ ਪੁਰਾਣਾ ਬੰਦਾ ਹੈਗਾ ਵਾ ਤੇ ਉਹਦੇ ਕੋਲ ਆਪਾਂ ਐਂਟਰੈਂਸ ਫੀਸ ਨਹੀਂ ਲੈਂਦੇ ਜਾਂ ਆਪਾਂ ਉਹਦੇ ਕੋਲ ਸਿਰਫ ਸਬਸਕ੍ਰਿਪਸ਼ਨ ਹੀ ਲਈ ਜਾਂਦੇ ਆ। ਜਿਸ ਤਰ੍ਹਾਂ ਬੱਚਿਆਂ ਕੋਲੋਂ ਨਵੇਂ ਜਿਹੜੇ ਬੱਚੇ ਨੇ ਉਹਨਾਂ ਕੋਲੋਂ ਆਪ ਐਡਮਿਸ਼ਨ ਫੀਸ ਨਹੀਂ, ਪੁਰਾਣੇ ਬੱਚਿਆਂ ਕੋਲ ਐਡਮਿਸ਼ਨ ਫੀਸ ਨਹੀਂ ਲੈ ਰਹੇ, ਨਵਿਆਂ ਕੋਲੋਂ ਲੈ ਰਹੇ। ਤੇ ਇਹ ਸਾਰੀਆਂ ਚੀਜ਼ਾਂ ਉਸੇ ਤਰੀਕੇ ਨਾਲ ਹੀ ਚੱਲਦੀਆਂ ਵਾ। ਕਈ ਵਾਰੀ ਪੁੱਤ ਨੂੰ ਆਪਾਂ ਵੈਸੇ ਤਾਂ ਆਪਾਂ ਰਿਸਿਪਟ ਕਰਦੇ ਪਏ ਹਾਂ ਤੇ ਰਿਸਿਪਟ ਸਾਈਡ ਦੇ ਉੱਤੇ ਆਊਗਾ ਇਨਕਮ ਐਂਡ ਐਕਸਪੈਂਡੀਚਰ। ਕਹਿੰਦਾ ਪਿਆ ਕਈ ਵਾਰੀ ਇਹਨੂੰ ਡਿਫਰੈਂਟ ਟਰੀਟਮੈਂਟ ਦੇ ਨਾਲ ਲੈ ਕੇ ਚੱਲਦੇ ਆ। ਕਈ ਲੋਕ ਇਹਨੂੰ ਕੈਪੀਟਲ ਰਿਸਿਪਟ ਮੰਨਦੇ ਆ ਤੇ ਕਈ ਲੋਕ ਇਹਨੂੰ ਜਿਹੜਾ ਵਾ ਉਹ ਰੈਵਨਿਊ ਰਿਸਿਪਟ ਮੰਨਦੇ। ਜਿਹੜੇ ਕੈਪੀਟਲ ਰਿਸਿਪਟ ਮੰਨਦੇ ਨੇ ਤੇ ਉਹ ਕਹਿੰਦੇ ਨੇ ਵੀ ਐਂਟਰੈਂਸ ਫੀਸ ਸਿਰਫ ਇੱਕੋ ਵਾਰੀ ਹੀ ਦਿੱਤੀ ਜਾਂਦੀ ਹੈ ਤੇ ਇਸ ਕਰਕੇ ਇਹਨੂੰ ਆਪਾਂ ਕੀ ਕਰਾਂਗੇ, ਕੈਪੀਟਲ ਨੇਚਰ ਦੀ ਮੰਨ ਕੇ ਬੈਲੈਂਸ ਸ਼ੀਟ ਦੇ ਵਿੱਚ ਪਾ ਦਾਂਗੇ। ਤੇ ਕਈ ਲੋਕ ਉਹਨੂੰ ਕਹਿੰਦੇ ਨਹੀਂ ਜੀ ਇਹਨੂੰ ਆਪਾਂ ਰੈਵਨਿਊ ਨੇਚਰ ਦੀ ਮੰਨ ਕੇ ਚੱਲਦੇ ਹਾਂ ਤੇ ਆਪਾਂ ਇਹਨੂੰ ਫਿਰ ਇਨਕਮ ਐਂਡ ਐਕਸਪੈਂਡੀਚਰ 'ਚ ਹੀ ਲੈ ਕੇ ਚੱਲਣਾ ਵਾ ਤੇ ਆਪਾਂ ਉੱਥੇ ਵੀ ਲੈ ਕੇ ਚੱਲ ਸਕਦੇ। ਹੁਣ ਬਹੁਤ ਇੱਥੇ ਫਿਰ ਉਹੀ ਗੱਲ ਆ ਗਈ ਕਿ ਹੁਣ ਤੁਹਾਨੂੰ ਕਲੈਰਿਟੀ ਨਹੀਂ ਗਈ ਵੀ ਤੁਸੀਂ ਇਹਨੂੰ ਰੈਵਨਿਊ ਮੰਨਣਾ ਵਾ ਜਾਂ ਤੁਸੀਂ ਮੰਨ ਲਓ ਇਹਨੂੰ ਕੈਪੀਟਲ ਮੰਨਣਾ। ਤੇ ਤੁਸੀਂ ਫਿਰ ਕਿਹਦੇ ਨਾਲ ਕੰਪੇਅਰ ਕਰਕੇ ਵੇਖਣਾ ਵਾ ਇਹਨੂੰ, ਸਬਸਕ੍ਰਿਪਸ਼ਨ ਦੇ ਨਾਲ। ਜੇ ਤੇ ਇਹਦੀ ਅਮਾਊਂਟ ਜਿਹੜੀ ਸਬਸਕ੍ਰਿਪਸ਼ਨ ਦੇ ਕਲੋਜ਼ ਆ ਤੇ ਕੈਪੀਟਲ ਹੀ ਮੰਨੋਗੇ ਤੁਸੀਂ ਕਿਉਂਕਿ ਫਿਰ ਜ਼ਿਆਦਾ ਅਮਾਊਂਟ ਆ। ਜੇਕਰ ਇਹਦੀ ਅਮਾਊਂਟ ਘੱਟ ਆ ਤਾਂ ਫਿਰ ਤੁਸੀਂ ਇਹਨੂੰ ਕੀ ਮੰਨੋਗੇ, ਰੈਵਨਿਊ ਮੰਨ ਕੇ ਚੱਲੋਗੇ ਤੇ ਥੱਲੇ ਨੋਟ ਦੇ ਦੋਗੇ ਵੀ ਐਂਟਰੈਂਸ ਫੀਸ ਸ਼ੁੱਡ ਬੀ ਟ੍ਰੀਟਡ ਐਜ਼ ਅ ਰੈਵਨਿਊ ਆਈਟਮ। ਪਰ ਤੈਨੂੰ ਧਿਆਨ 'ਚ ਰੱਖਣਾ ਵਾ ਹਰ ਇੱਕ ਚੀਜ਼ ਨੂੰ ਜਿਹੜਾ ਵਾ ਇਨਕਮ ਐਂਡ ਐਕਸਪੈਂਡੀਚਰ ਦੇ ਵਿੱਚ ਉਹਦਾ ਸਬਸਕ੍ਰਿਪਸ਼ਨ ਨਾਲ ਕੰਪੇਅਰ ਕਰਕੇ ਵੇਖਣਾ ਵਾ। ਫਿਰ ਪੁੱਤ ਅੱਗੇ ਆ ਗਿਆ ਲਾਈਫ ਮੈਂਬਰਸ਼ਿਪ ਫੀਸ। ਹੁਣ ਲਾਈਫ ਮੈਂਬਰਸ਼ਿਪ ਫੀਸ ਜਿਹੜੀ ਆ ਉਹ ਨਾਮ ਤੋਂ ਹੀ ਕਲੀਅਰ ਆ ਕਿ ਲਾਈਫ ਮੈਂਬਰ ਦਾ ਮਤਲਬ ਹੁੰਦਾ ਇੱਕੋ ਲਾਈਫ ਟਾਈਮ, ਕਿ ਆਪਾਂ ਜੇ ਰੈਗੂਲਰ ਮੈਂਬਰ ਰਹਿਣਾ ਚਾਹੁੰਦੇ ਆ ਤੇ ਆਪਾਂ ਫਿਰ ਇੱਕੋ ਵਾਰੀ ਹੀ ਫੀਸ ਜਿਹੜੀ ਆ ਉਹਨੂੰ ਪੇ ਕਰ ਦਿੰਦੇ ਆ, ਲਮਸਮ ਅਮਾਊਂਟ ਜਿਹੜੀ ਪੇ ਉਹ ਕਰ ਦਿੰਦੇ ਆ। ਤੇ ਇਹ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੀ ਡੈਬਿਟ ਸਾਈਡ ਤੇ ਉਸ ਤੋਂ ਬਾਅਦ ਜਿਹੜੀ ਆ ਸਬਸਕ੍ਰਿਪਸ਼ਨ ਉਸ ਤੋਂ ਬਾਅਦ ਜਿਹੜੀ ਇਹ ਚੀਜ਼ ਹੈਗੀ ਆ ਉਹ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ ਦੇ ਉੱਤੇ ਜਿਹੜੀ ਆ ਉਹ ਚੱਲ ਜਾਂਦੀ ਹੈ। ਕਿਉਂ ਚੱਲ ਜਾਂਦੀ ਹੈ? ਕਿਉਂਕਿ ਆਪਾਂ ਇਹਨੂੰ ਮੰਨ ਕੇ ਚੱਲਦੇ ਪਏ ਆ ਕੈਪੀਟਲ ਨੇਚਰ ਦੀ। ਕਿਉਂਕਿ ਜੋ ਵੀ ਬੰਦਾ ਕਿਸੇ ਵੀ ਇੰਸਟੀਚਿਊਟ ਦਾ ਜਾਂ ਕਿਸੇ ਆਰਗੇਨਾਈਜੇਸ਼ਨ ਦਾ ਮੈਂਬਰ ਬਣਨਾ ਚਾਹੁੰਦਾ ਵਾ ਤੇ ਉਹ ਇੱਕੋ ਵਾਰੀ ਪੈਸੇ ਸਾਰੇ ਦੇ ਦਿੰਦਾ ਵਾ, ਉਹਨੂੰ ਆਪਾਂ ਕਹਿੰਦੇ ਲਾਈਫ ਮੈਂਬਰਸ਼ਿਪ ਫੀਸ। ਇਹਨੂੰ ਆਪਾਂ ਸੈਪਰੇਟ ਫੰਡ ਜਿਹੜਾ ਵਾ ਉਹਨੂੰ ਸ਼ੋਅ ਕਰ ਦਿੰਦੇ, ਲਾਈਫ ਮੈਂਬਰਸ਼ਿਪ ਫੰਡ ਜਿਹੜਾ ਉਹਨੂੰ ਸ਼ੋਅ ਆਪਾਂ ਕਰ ਦਿੰਦੇ ਆ। ਕਹਿੰਦਾ ਪਿਆ ਵਾ ਕਿ ਕਈ ਆਪਾਂ ਇਹਨੂੰ ਹਮੇਸ਼ਾ ਜਿਹੜਾ ਵਾ ਕੈਪੀਟਲ ਨੇਚਰ ਦੀ ਲੈ ਕੇ ਚੱਲਦੇ ਆ, ਮਗਰ ਕਈ ਵਾਰੀ ਪੇਪਰ 'ਚ ਉਹਨੇ ਕਹਿ ਦਿੱਤਾ ਜਾਂਦਾ ਵਾ ਕਿ ਲਾਈਫ ਮੈਂਬਰਸ਼ਿਪ ਫੀਸ ਦੇ ਵਿੱਚ ਜਿੰਨੇ ਵੀ ਬੰਦਿਆਂ ਨੇ ਦਿੱਤੀ ਉਹਦੇ ਵਿੱਚੋਂ ਦੀ 2 ਬੰਦੇ ਜਾਂ 4 ਬੰਦੇ ਜਿਹੜੇ ਆ ਉਹਨਾਂ ਦੀ ਲਾਈਫ ਮੈਂਬਰਸ਼ਿਪ ਫੀਸ ਨੂੰ ਰੈਵਨਿਊ ਮੰਨ ਲਓ। ਤੇ ਪੁੱਤ ਜੋ ਵੀ ਉਹਨੇ ਕਿਹਾ ਹੋਊਗਾ ਉਹਦੇ ਮੁਤਾਬਿਕ ਆਪਾਂ ਰੈਵਨਿਊ ਮੰਨ ਲਾਂਗੇ। ਜੇ ਕੁਝ ਨਹੀਂ ਕਿਹਾ ਤਾਂ ਉਹਨੂੰ ਆਪਾਂ ਕੈਪੀਟਲ ਨੇਚਰ ਦੀ ਮੰਨ ਕੇ ਚੱਲਾਂਗੇ। ਅੱਗੇ ਬਹੁਤ ਆ ਜਾਂਦਾ ਐਂਡੋਮੈਂਟ ਫੰਡ। ਐਂਡੋਮੈਂਟ ਫੰਡ ਦਾ ਮਤਲਬ ਹੈਗਾ ਵਾ ਤੁਹਾਡੇ ਕੋਲ ਸਭ ਤੋਂ ਮੇਨ ਤੇ ਪਰਮਾਨੈਂਟ ਨੇਚਰ ਦਾ ਫੰਡ ਜਿਹੜਾ ਪਿਆ ਹੁੰਦਾ ਵਾ ਜਿਹਨੂੰ ਕਿ ਤੁਸੀਂ ਫਰਦਰ ਯੂਜ਼ ਕਰਦੇ ਹੋ ਅੱਗੇ ਚੀਜ਼ਾਂ ਵਾਸਤੇ ਜਾਂ ਕਿਸੇ ਵੀ ਕੰਮ ਵਾਸਤੇ, ਉਹਨੂੰ ਆਪਾਂ ਕਹਿੰਦੇ ਆ ਐਂਡੋਮੈਂਟ ਫੰਡ। ਕਹਿੰਦਾ ਐਂਡੋਮੈਂਟ ਫੰਡ ਇੱਕ ਫੰਡ ਹੈ ਜੋ ਕਿ ਗਿਫਟ ਦੀ ਤਰ੍ਹਾਂ ਅਰਾਈਜ਼ ਕੀਤਾ ਜਾਂਦਾ ਵਾ ਤੇ ਸਪੈਸੀਫਿਕ ਪਰਪਸ ਵਾਸਤੇ ਇਹਨੂੰ ਡਿਵੋਟ ਜਿਹੜਾ ਉਹ ਕੀਤਾ ਜਾਂਦਾ। ਇਹਨੂੰ ਆਪਾਂ ਹਮੇਸ਼ਾ ਹੀ ਕੈਪੀਟਲ ਨੇਚਰ ਦਾ ਮੰਨ ਕੇ ਚੱਲਦੇ ਹਾਂ ਤੇ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ ਦੇ ਉੱਤੇ ਲੈ ਕੇ ਇਹਨੂੰ ਆਪਾਂ ਚੱਲਦੇ ਹਾਂ ਤੇ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੀ ਡੈਬਿਟ ਸਾਈਡ ਤੇ। ਸੇਲ ਆਫ ਓਲਡ ਐਸੈਟਸ। ਪੁੱਤ ਹੁਣ ਜਿੰਨੀਆਂ ਵੀ ਐਸੈਟਸ ਨੇ ਉਹ ਐਸੈਟਸ ਨੂੰ ਆਪਾਂ ਜੇਕਰ ਵੇਚਦੇ ਪਏ ਆ ਜਾਂ ਐਸੈਟਸ ਨੂੰ ਖਰੀਦਦੇ ਪਏ ਆ ਉਹਨਾਂ ਦੀ ਟਰੀਟਮੈਂਟ ਆਪਾਂ ਕਰਦੇ ਹਾਂ ਰਿਸਿਪਟ ਐਂਡ ਪੇਮੈਂਟ ਅਕਾਊਂਟ 'ਚ। ਸੇਲ ਆਫ ਐਸੈਟ ਕਰਾਂਗੇ ਡੈਬਿਟ ਸਾਈਡ ਤੇ ਪੈਸਾ ਆਇਆ, ਪਰਚੇਜ਼ ਆਫ ਐਸੈਟ ਕਰਾਂਗੇ ਪੈਸਾ ਗਿਆ ਕ੍ਰੈਡਿਟ ਸਾਈਡ ਤੇ, ਪੇਮੈਂਟ ਸਾਈਡ ਤੇ। ਮਗਰ ਉਹਨੂੰ ਆਪਾਂ ਇਨਕਮ ਐਂਡ ਐਕਸਪੈਂਡੀਚਰ ਦੇ ਵਿੱਚ ਲੈ ਕੇ ਨਹੀਂ ਚੱਲਦੇ। ਇਸ ਕਰਕੇ ਉਹਨੂੰ ਆਪਾਂ ਕੈਪੀਟਲ ਰਿਸਿਪਟ ਮੰਨ ਕੇ ਚੱਲਦੇ ਹਾਂ ਕਿਉਂਕਿ ਲੌਂਗ ਟਰਮ ਵਾਸਤੇ ਐਸੈਟਸ ਖਰੀਦੀ ਸੀ। ਲੌਂਗ ਟਰਮ ਐਸੈਟ ਜਿਹੜੀਆਂ ਉਹਨਾਂ ਨੂੰ ਲੰਬੇ ਸਮੇਂ ਵਾਸਤੇ ਆਪਾਂ ਯੂਜ਼ ਕੀਤਾ ਵਾ, ਉਹਨਾਂ ਨੂੰ ਜੇ ਵੇਚਿਆ ਵਾ ਤਾਂ ਕੈਪੀਟਲ ਰਿਸਿਪਟ ਜਾਂ ਕੈਪੀਟਲ ਪੇਮੈਂਟ ਉਹਨੂੰ ਮੰਨ ਕੇ ਆਪਾਂ
ਚੱਲਦੇ ਆ, ਉਹਨਾਂ ਦੀ ਟ੍ਰੀਟਮੈਂਟ ਆਪਾਂ ਇਨਕਮ ਐਂਡ ਐਕਸਪੈਂਡੀਚਰ 'ਚ ਨਹੀਂ ਕਰਦੇ। ਹਾਂ, ਮਗਰ ਜੇਕਰ ਉਹਨਾਂ ਨੂੰ ਐਸੈਟਸ ਨੂੰ ਵੇਚ ਕੇ ਕੋਈ ਪ੍ਰੋਫਿਟ ਹੋਇਆ ਵਾ ਜਾਂ ਕੋਈ ਲਾਸ ਹੋਇਆ ਵਾ, ਉਹ ਆਪਾਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਲੈ ਕੇ ਚੱਲਦੇ ਆ। ਹਾਂ, ਉਹਨਾਂ ਐਸੈਟਸ ਦੇ ਉੱਤੇ ਕੋਈ ਡੈਪਰੀਸੀਏਸ਼ਨ ਲੱਗੀ ਆ, ਉਹਨਾਂ ਨੂੰ ਆਪਾਂ ਇਨਕਮ ਐਂਡ ਐਕਸਪੈਂਡੀਚਰ 'ਚ ਲੈ ਕੇ ਚੱਲਦੇ ਆ। ਮਗਰ ਆਪਾਂ ਸੇਲ ਤੇ ਪਰਚੇਜ਼ ਇਹਨਾਂ ਚੀਜ਼ਾਂ ਨੂੰ ਲੈ ਕੇ ਇਨਕਮ ਐਂਡ ਐਕਸਪੈਂਡੀਚਰ 'ਚ ਨਹੀਂ ਚੱਲਦੇ, ਕਿਉਂਕਿ ਇਹ ਪੁੱਤ